ਮੇਰੇ ਨਾਲ ਅਪਸੀਆਂ ਦੇ 5ਵੇਂ ਭਾਵ ਦੇ ਵਿੱਚ ਆ ਜਾਓ ਔਰ ਉਸਨੂੰ ਜਿਸਨੂੰ ਮਿਲ ਜਾਏ ਉਸਨੂੰ 21 ਤੋਂ ਲੈ ਕੇ 33 ਤਾਈਂ। 5ਵਾਂ ਭਾਵ 21 ਤੋਂ ਲੈ ਕੇ 33 ਤਾਈਂ। ਔਰ ਅੱਜ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਆਪਣੇ ਰਿਸ਼ਤਿਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਆਵਾਂਗੇ। ਮੈਂ ਉਹ ਚੀਜ਼ਾਂ ਦੱਸੂਗਾ ਜਿਨ੍ਹਾਂ ਤੋਂ ਮੈਨੂੰ ਮਦਦ ਮਿਲੀ। ਅਗਰ ਪ੍ਰਭੂ ਤੁਹਾਨੂੰ ਤੁਸੀਂ ਉਹ ਵਰਤ ਕੇ ਦੇਖੋਗੇ, ਖੁਦਾਵੰਦ ਉਹਨਾਂ ਤੋਂ ਵੀ ਜ਼ਿਆਦਾ ਤੁਹਾਨੂੰ ਦੇ ਔਰ ਉਹਦੇ ਤੋਂ ਵੀ ਜ਼ਿਆਦਾ ਬਰਕਤ ਦੇ। ਔਰ ਇਸ ਦੇ ਨਾਲ ਸਾਡੇ ਰਿਸ਼ਤਿਆਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਮਿੱਠਾਪਨ ਬਰਕਤ ਮਿਲਦੀ ਹੈ ਔਰ ਇਹ ਸਾਨੂੰ ਪ੍ਰਭੂ ਦੀਆਂ ਉਚਾਈਆਂ ਵੱਲ ਲੈ ਕੇ ਜਾਂਦਾ। ਸੋ ਆਓ ਅਸੀਂ ਪੰਨਾ ਨੰਬਰ ਕਿੰਨਾ ਹੈ? ਪੰਨਾ ਨੰਬਰ ਮਾਨ ਹੈਗਾ 354। 354 ਅਪਸੀਆਂ ਦਾ 5ਵਾਂ ਭਾਵ। ਅਸੀਂ ਉਸਦੀ 21 ਆਇਤ ਤੋਂ ਲੈ ਕੇ 33 ਆਇਤ ਤੱਕ ਜਿਸ ਨੂੰ ਮੈਂ ਪੜ੍ਹਦੇ ਮਾਸਟਰ ਜੀ। ਹਾਂਜੀ ਹਾਂਜੀ ਮੇਰੀ ਗੱਲ। ਪਤਨੀਆਂ ਅਤੇ ਪਤੀ ਮਸੀਹ ਦਾ ਡਰ ਮੰਨਦੇ ਹੋਏ ਆਪਣੇ ਆਪ ਨੂੰ ਇੱਕ ਦੂਜੇ ਨੂੰ ਸੌਂਪ ਦੇਵੋ। ਪਤਨੀਓ ਆਪਣੇ ਆਪ ਨੂੰ ਆਪਣੇ ਪਤੀਆਂ ਨੂੰ ਸੌਂਪ ਦੇਵੋ, ਜਿਸ ਤਰ੍ਹਾਂ ਕਿ ਪ੍ਰਭੂ ਨੂੰ, ਕਿਉਂਕਿ ਪਤੀ ਪਤਨੀ ਦਾ ਸਿਰ ਹੈ, ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦਾ ਸਿਰ ਅਤੇ ਮੁਕਤੀ ਦਾਤਾ ਹੈ ਜੋ ਉਸ ਦਾ ਸਰੀਰ ਹੈ। ਇਸ ਲਈ ਪਤਨੀਆਂ ਆਪਣੇ ਪਤੀਆਂ ਦੇ ਉਸੇ ਤਰ੍ਹਾਂ ਅਧੀਨ ਰਹਿਣ ਜਿਸ ਤਰ੍ਹਾਂ ਵਿਸ਼ਵਾਸ ਸੰਗਤ ਮਸੀਹ ਦੇ ਵਿੱਚ ਹੈ। ਪਤਿਓ ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮਸੀਹ ਨੇ ਵਿਸ਼ਵਾਸ ਸੰਗਤ ਨੂੰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਕੁਰਬਾਨ ਕਰ ਦਿੱਤਾ। ਉਸ ਨੇ ਇਹ ਇਸ ਲਈ ਕੀਤਾ ਕਿ ਉਹ ਉਸ ਨੂੰ ਪਾਣੀ ਅਤੇ ਪਵਿੱਤਰ ਵਚਨ ਨਾਲ ਸ਼ੁੱਧ ਅਤੇ ਪਵਿੱਤਰ ਕਰੇ ਅਤੇ ਇਸ ਤਰ੍ਹਾਂ ਉਹ ਉਸ ਨੂੰ ਆਪਣੇ ਸਾਹਮਣੇ ਪੂਰਨ ਮਹਿਮਾ ਭਰੀ ਸੁੰਦਰਤਾ ਸਮੇਤ ਬਿਨਾਂ ਕਿਸੇ ਧੱਬੇ ਅਤੇ ਝੁਰੀ ਦੇ ਹਾਜ਼ਰ ਕਰੇ। ਪਤੀਆਂ ਨੂੰ ਆਪਣੀ ਪਤਨੀਆਂ ਨੂੰ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹ ਆਪਣੇ ਸਰੀਰਾਂ ਨੂੰ ਕਰਦੇ ਹਨ, ਕਿਉਂਕਿ ਜੋ ਕੋਈ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਅਸਲ ਵਿੱਚ ਆਪਣੇ ਆਪ ਨੂੰ ਪਿਆਰ ਕਰਦਾ ਹੈ। ਕੋਈ ਮਨੁੱਖ ਵੀ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ ਹੈ, ਸਗੋਂ ਉਹ ਉਸ ਦੀ ਇਸ ਤਰ੍ਹਾਂ ਨਾਲ ਪਾਲਣਾ ਪੋਸ਼ਣਾ ਕਰਦਾ ਹੈ ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦੀ ਕਰਦਾ ਹੈ, ਕਿਉਂਕਿ ਅਸੀਂ ਵੀ ਉਸ ਦੇ ਸਰੀਰ ਦੇ ਅੰਗ ਹਾਂ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ, ਆਦਮੀ ਇਸੇ ਕਾਰਨ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ। ਇਹਨਾਂ ਸ਼ਬਦਾਂ ਵਿੱਚ ਇੱਕ ਵੱਡਾ ਭੇਦ ਪ੍ਰਗਟ ਕੀਤਾ ਗਿਆ ਹੈ ਜੋ ਮੈਂ ਸਮਝਦਾ ਹਾਂ ਕਿ ਮਸੀਹ ਅਤੇ ਵਿਸ਼ਵਾਸ ਸੰਗਤ ਤੇ ਲਾਗੂ ਹੁੰਦਾ ਹੈ, ਪਰ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ। ਹਰ ਪਤੀ ਆਪਣੀ ਪਤਨੀ ਨੂੰ ਆਪਣੇ ਵਾਂਗ ਪਿਆਰ ਕਰੇ ਤੇ ਹਰ ਪਤਨੀ ਆਪਣੇ ਪਤੀ ਦਾ ਆਦਰ ਕਰੇ। ਆਮੀਨ। ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਇੱਕ ਪਤੀ ਹੋਣ ਦੇ ਨਾਤੇ ਸਾਡੇ ਪ੍ਰਭੂ ਨੇ ਕਿਸ ਤਰ੍ਹਾਂ ਉਹਨਾਂ ਸਾਰੀਆਂ ਚੀਜ਼ਾਂ ਜੋ ਪ੍ਰਭੂ ਦੇ ਆਪਣੇ ਗੁਣ ਆ ਉਹਨਾਂ ਨੂੰ ਉਸਨੇ ਉਹਦੇ ਅਨੁਸਾਰ ਅਸੀਂ ਦੇਖਿਆ ਕਿ ਉਸਨੇ ਵਾਅਦਾ ਕੀਤਾ ਕਿ ਮੈਂ ਤੁਹਾਡੇ ਲਈ ਤੁਹਾਨੂੰ ਲੈਣ ਆਊਂਗਾ, ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ, ਮੈਂ ਤੁਹਾਡੇ ਲਈ। ਉਸਨੇ ਉਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਸਵਰਗ ਦੇ ਵਿੱਚ ਤਿਆਰ ਕੀਤੀਆਂ। ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖ ਚੁੱਕੇ ਹਾਂ। 7 ਸ਼ਬਦ ਜਿਹੜੇ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ ਇਹ ਬਹੁਤ ਮਦਦ ਕਰਦੇ ਆ ਸਾਡੇ ਰਿਸ਼ਤਿਆਂ ਦੇ ਵਿੱਚ, ਚਾਹੇ ਉਹ ਸਾਡਾ ਆਪਣੇ ਪਤੀ ਔਰ ਪਤਨੀ ਦਾ ਰਿਸ਼ਤਾ ਹੋਵੇ, ਚਾਹੇ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਰਿਸ਼ਤਾ ਹੋਵੇ, ਚਾਹੇ ਉਹ ਸਾਡਾ ਬੱਚਿਆਂ ਦੇ ਨਾਲ ਰਿਸ਼ਤਾ ਹੋਵੇ, ਤੇ ਚਾਹੇ ਉਹ ਸਾਡੇ ਕੰਮ ਕਰਨ ਵਾਲੇ ਔਰ ਜਾਂ ਜਿਨ੍ਹਾਂ ਦੇ ਲਈ ਅਸੀਂ ਕੰਮ ਕਰਦੇ ਪਏ ਉਹਨਾਂ ਦੇ ਨਾਲ। ਯਾਦ ਰੱਖੋ, ਮੈਂ ਕਿਸੇ ਦੂਜੇ ਨੂੰ ਠੀਕ ਨਹੀਂ ਕਰ ਸਕਦਾ। ਸਭ ਤੋਂ ਪਹਿਲਾ ਜਿਹੜਾ ਫਾਰਮੂਲਾ ਨੰਬਰ 1, ਮੈਂ ਕਿਸੇ ਨੂੰ ਠੀਕ ਨਹੀਂ ਕਰ ਸਕਦਾ, ਮੈਂ ਆਪਣੇ ਆਪ ਨੂੰ ਕਰ ਸਕਦਾ। ਮੇਰਾ ਜਿਹੜਾ ਜ਼ੋਰ ਆ ਉਹ ਇਸ ਸਰੀਰ ਤੇ, ਇਸ ਨੂੰ ਮੈਂ ਸ਼ੈਤਾਨ ਦੀ ਖੋਹ ਵੀ ਬਣਾ ਸਕਦਾ ਔਰ ਇਸ ਨੂੰ ਮੈਂ ਪ੍ਰਭੂ ਦਾ ਮੰਦਰ ਵੀ ਬਣਾ ਸਕਦਾ। 7 ਅਕਸ਼ਰ ਜਿਹੜੇ ਸਾਨੂੰ ਸਾਡੀ ਪਿਛਲੀ ਸਟੱਡੀ ਤੋਂ ਮਿਲੇ ਸੀਗੇ, ਜਿਸ ਲਈ ਅਸੀਂ ਗਲਤੀਆਂ ਦੀ ਪੋਥੀ ਨੂੰ ਦੇਖਦੇ ਪਏ ਸੀ, ਉਸਦੇ 5ਵੇਂ ਭਾਗ ਦੇ ਵਿੱਚ ਉਹ ਫਲ 7 ਫਲ ਆ ਔਰ ਉਹ ਐਸੇ ਫਲ, ਉਹ ਐਸੇ ਹਥਿਆਰ ਆ ਜਿਹੜੇ ਸਾਨੂੰ ਸਾਡੀ ਮਦਦ ਕਰਦੇ ਸਾਡੇ ਰਿਸ਼ਤਿਆਂ ਦੇ ਵਿੱਚ
ਪ੍ਰਭੂ ਯਿਸੂ ਮਸੀਹ ਦੀ ਮਹਿਕ ਲਿਆਉਂਦੇ। ਔਰ ਉਹ ਹੈ ਜਿੱਥੇ ਦੱਸਿਆ ਗਿਆ, ਅਗਰ ਤੁਸੀਂ ਉੱਥੇ ਨਿਸ਼ਾਨ ਲਾਉਣਾ ਮੰਗਦੇ ਆ ਤੇ ਨਿਸ਼ਾਨ ਲਾ ਲਓ, ਅਗਰ ਤੁਸੀਂ ਲਿਖ ਕੇ ਰੱਖਣਾ ਮੰਗਦੇ ਆ ਕਿਤੇ ਤਾਂ ਉਸ ਨੂੰ ਲਿਖ ਕੇ ਰੱਖ ਲਓ। ਜਿਸ ਲਈ ਅਸੀਂ ਪਿਛਲੇ 345 ਪੰਨੇ ਤੇ ਆਉਂਦੇ ਹਾਂ ਤੇ ਉਸਦੇ 22ਵੀਂ ਆਇਤ ਦੇ ਵਿੱਚ ਇਹ ਹਿੱਸਾ ਆਉਂਦਾ। ਕਹਿੰਦਾ ਪਵਿੱਤਰ ਆਤਮਾ ਦੇ ਫਲ ਕਿਹੜੇ ਆ? ਪਿਆਰ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਮਰਤਾ, ਸਵੈ ਕਾਬੂ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਪ੍ਰੈਕਟਿਸ ਕਰਨ ਤੋਂ ਹੁੰਦੀਆਂ ਹੈ। ਜਿਸ ਵੇਲੇ ਅਸੀਂ ਸਰੀਰ ਦੇ ਕੰਮਾਂ ਨੂੰ ਛੱਡਦੇ, ਸਰੀਰ ਦੇ ਕੰਮਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਆਓ। ਸਰੀਰ ਦੇ ਕੰਮ ਸਾਨੂੰ ਕਦੋਂ ਦਿਖਾਈ ਦਿੰਦੇ ਆ? ਜਦੋਂ ਅਸੀਂ ਕਿਸੇ ਵੀ ਸਟੇਜ ਦੇ ਵਿੱਚ ਦੀ ਗੁਜ਼ਰਦੇ, ਜਦੋਂ ਸਾਡੇ ਉੱਤੇ ਟੈਸਟ ਆਉਂਦਾ। ਉਹ ਜਿਹੜਾ ਟੈਸਟ ਆ ਉਸ ਦੇ ਵਿੱਚ ਦੋ ਚੀਜ਼ਾਂ, ਮੈਂ ਅੱਗ ਬਬੂਲਾ ਹੋਣਾ ਕਿ ਮੈਂ ਉਸ ਨੂੰ ਪ੍ਰਭੂ ਦੀ ਅੱਗ ਦੇ ਵਿੱਚ ਸੁੱਟਣਾ। ਕਿਉਂਕਿ ਪ੍ਰਭੂ ਨੇ ਇਹ ਕਿਹਾ ਆ ਕਿ ਮੈਂ ਆਪਣੇ ਬੰਦੇ ਨੂੰ ਚਾਂਦੀ ਦੀ ਤਰ੍ਹਾਂ ਸਾਫ਼ ਕਰਦਾ ਔਰ ਭੱਠੀ 'ਚ ਸਾਫ਼ ਕਰਦਾ। ਸੋ ਉੱਥੇ ਮੇਰੇ ਕੋਲ ਦੋ ਚੋਇਸਿਸ ਆ ਕਿ ਮੈਂ ਆਪਣੀ ਉਸ ਚੀਜ਼ ਨੂੰ ਪ੍ਰਭੂ ਦੀ ਭੱਠੀ ਦੇ ਵਿੱਚ ਸੁੱਟਦਾ ਜਾਂ ਮੈਂ ਆਪਣੀ ਭੱਠੀ ਦੇ ਵਿੱਚ ਆਪਣੇ ਜੋ ਮੇਰਾ ਰਿਸ਼ਤਾ, ਮੇਰਾ ਪਤੀ ਜਾਂ ਮੇਰੀ ਪਤਨੀ ਜੋ ਵੀ ਹੈ, ਜੇ ਤੁਸੀਂ ਪਤਨੀ ਆ ਤਾਂ ਪਤੀ ਆ, ਤੇ ਜੇ ਤੁਸੀਂ ਪਤੀ ਆ ਤੇ ਪਤਨੀ, ਉਸ ਭੱਠੀ ਦੇ ਵਿੱਚ ਉਹਨੂੰ ਸਾੜਦਾ। ਮੇਰੀ ਅਵਗੁਣ ਨਹੀਂ ਉਹ ਹੋ ਸਕਦੀ, ਪਰ ਮੇਰਾ ਅਵਗੁਣ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਸਕਦਾ। ਮੇਰਾ ਅਵਗੁਣ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਸਕਦਾ। Am I perfect? No. ਬਿਲਕੁਲ ਵੀ। ਕਿ ਮੈਂ 100% ਪਹੁੰਚ ਗਿਆ? ਬਿਲਕੁਲ ਨਹੀਂ। ਪਰ ਕੀ ਮੈਨੂੰ ਇਹ ਤੋਂ ਮਦਦ ਮਿਲਦੀ ਪਈ ਹੈ? ਬਹੁਤ ਮਦਦ। ਜਿਸ ਵੇਲੇ ਘਰ ਦੇ ਵਿੱਚ ਕੋਈ ਚੀਜ਼ ਆਉਂਦੀ ਆ ਤੇ ਮੈਨੂੰ ਉੱਥੋਂ ਇਹ ਕਹਿਣਾ ਪੈਂਦਾ ਕਿ ਹੁਣ ਮੈਂ ਇਹਨਾਂ ਦੇ ਵਿੱਚੋਂ ਕਿਹੜਾ ਹਥਿਆਰ ਨੂੰ ਵਰਤਣਾ। ਪਿਆਰ ਅਫਕੋਰਸ ਮੈਂ ਆਪਣੀ ਅਫਕੋਰਸ ਉਹ ਮੈਨੂੰ ਬਹੁਤ ਪਿਆਰ ਕਰਦੀ। ਹਾਂ, ਜੇ ਮੈਨੂੰ ਪਿਆਰ ਨਾ ਕਰਦੀ ਹੁੰਦੀ ਤਾਂ ਮੇਰੇ ਨਾਲ ਰਹਿਣਾ ਬਹੁਤ ਮੁਸ਼ਕਿਲ ਸੀ। It's not easy to live with me. I cannot live with myself. ਉਹ ਤਾਂ ਵਿਚਾਰੀ ਨੇ ਜਿਹੜਾ ਰਹਿਣਾ। ਸੋ ਪਿਆਰ ਜਿਹੜਾ ਆ ਉਹ ਤਾਂ ਹੈ। ਆਨੰਦ ਪ੍ਰਭੂ ਦਿੰਦਾ ਜਿਸ ਲਈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਦੇ, ਉਹ ਪ੍ਰਭੂ ਵੱਲੋਂ। ਪਰ ਜਿਹੜੀਆਂ ਚੀਜ਼ਾਂ ਅਸੀਂ ਪ੍ਰਭੂ ਨੇ ਸਾਨੂੰ ਵਰਤਣ ਦੇ ਲਈ ਦਿੱਤੀਆਂ, ਉਹ ਸਭ ਉਸ ਦੀਆਂ ਆਪਣੀਆਂ ਗੁਣਾਂ ਔਰ ਆਪਣੇ ਵੱਲੋਂ ਉਹ ਦਿੰਦਾ, ਔਰ ਪਵਿੱਤਰ ਆਤਮਾ ਦੇ ਕਰਕੇ ਉਹ ਗੁਣ ਸਾਡੇ ਕੋਲ ਆਉਂਦੇ। ਤਾਂ ਪ੍ਰਭੂ ਨੇ ਸਾਨੂੰ ਆਤਮਾ ਦਿੱਤਾ ਔਰ ਉਸ ਆਤਮਾ ਦੇ ਇਹ ਸਾਰੇ ਗੁਣ ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਮਰਤਾ ਤੇ ਸਵੈ ਕਾਬੂ, ਇਹ ਸਭ ਹਥਿਆਰ ਕਿ ਜਿਸ ਵੇਲੇ ਵੀ ਘਰ ਦੇ ਵਿੱਚ ਕੋਈ ਚੀਜ਼ ਪੈਦਾ ਹੁੰਦੀ ਹੈ, ਕੋਈ ਮੁਸੀਬਤ ਆਉਂਦੀ ਹੈ, ਸਾਨੂੰ ਕੋਈ ਟੈਸਟ ਆਉਂਦਾ, ਤੇ ਮੈਂ ਉਸ ਲਈ ਰਿਐਕਟ ਕਿੱਦਾਂ ਕਰਦਾ। ਔਰ ਸਭ ਤੋਂ ਜਿਹੜਾ ਬੈਸਟ ਚੀਜ਼ ਹੈ ਉਹ ਹੈ ਕਿ ਕਦੀ ਕੁਇਕ ਫੈਸਲਾ ਨਾ ਲਓ। ਕਾਬੂ ਜਿਹੜਾ ਉਹ ਸਵੈ ਕਾਬੂ ਉੱਥੇ ਹੁੰਦਾ। ਗੁੱਸਾ ਆਇਆ, ਠੀਕ ਆ, ਆਉਂਦਾ ਹੈ,
ਤੈਨੂੰ ਨਹੀਂ ਆਉਂਦਾ। ਝੂਠ ਬੋਲਦਾ ਬੰਦਾ ਜਿਹੜਾ ਕਹਿੰਦਾ ਮੈਨੂੰ ਨਹੀਂ ਆਉਂਦਾ, ਕਿਉਂਕਿ ਸਾਡੇ ਬਾਪ ਨੂੰ ਗੁੱਸਾ ਆਉਂਦਾ, ਸਵਰਗੀ ਬਾਪ ਨੂੰ ਗੁੱਸਾ ਆਉਂਦਾ, ਯਿਸੂ ਨੂੰ ਗੁੱਸਾ ਆਇਆ। ਅਸੀਂ ਕਿਹੜੇ ਪਾਣੀ 'ਚ? ਪਰ ਗੁੱਸਾ ਜਿਹੜਾ ਹੈ ਨਾ, ਉਹ ਪ੍ਰਭੂ ਦੇ ਵੱਲੋਂ ਹੋਣਾ ਚਾਹੀਦਾ। ਉਹਨਾਂ ਚੀਜ਼ਾਂ ਦੇ ਲਈ ਗੁੱਸਾ ਹੋਣਾ ਚਾਹੀਦਾ ਜਿਹੜੀਆਂ ਉਹਨੂੰ ਪਸੰਦ। ਸੋ ਉੱਥੇ ਜਿਹੜਾ ਵਰਤਣਾ ਹੈਗਾ, ਉੱਥੇ ਮੈਂ ਇਹ ਦੇਖਣਾ ਕਿ ਹੁਣ ਮੈਨੂੰ ਕਿਹੜੀ ਚੀਜ਼ ਨੂੰ ਕਹਿਣਾ ਪੈਣਾ। ਕਿ ਮੈਂ ਜੇ ਮੈਨੂੰ ਕੁਛ ਕਿਹਾ ਆ, ਕੀ ਇਹਦਾ ਜਵਾਬ ਰਾਈਟ ਵੇ ਦੇਣਾ ਜ਼ਰੂਰੀ? ਕਿੰਨੀਆਂ ਚੀਜ਼ਾਂ ਮੈਂ ਕਰਦਾ, ਮੇਰਾ ਸਵਰਗੀ ਬਾਪ ਕਦੀ ਉਹਨਾਂ ਦਾ ਜਵਾਬ ਦਿੰਦਾ ਮੈਨੂੰ? ਕਿੰਨੀਆਂ ਗੱਲਾਂ ਅਸੀਂ ਉਹਦੇ ਨਾਲ ਕਰਦੇ, ਪਰ ਜਿਹੜੀਆਂ ਉਹਦਾ ਆਪਣਾ ਸਵੈ ਕਾਬੂ ਦੇਖੋ ਕਿ ਜਿਹੜੀ ਚੀਜ਼ ਉਸਨੇ ਸਾਨੂੰ ਦੇਣੀ ਹੁੰਦੀ ਹੈ, ਜਿਹੜੀ ਚੀਜ਼ ਦਾ ਉਸਨੇ ਸਾਡੇ ਨਾਲ ਰਿਐਕਟ ਕਰਨਾ ਹੁੰਦਾ, ਉਹਦਾ ਉਹ ਜਵਾਬ ਦਿੰਦਾ ਜੋ ਦਇਆ, ਭਲਾਈ ਤੇ ਦਿਆਲਗੀ ਦੇ ਨਾਲ ਭਰਿਆ ਹੁੰਦਾ, ਜੋ ਸਾਡੀ ਬਰਕਤ ਦੇ ਲਈ ਹੁੰਦਾ। ਜੇ ਮੇਰੇ ਹਰ ਅਵਗੁਣ ਦੇ ਲਈ ਉਹ ਰਾਈਟ ਵੇ ਸਜ਼ਾ ਦੇਵੇ, ਮੇਰਾ ਹਾਲ ਕੀ? ਠੀਕ। ਔਰ ਇਹ ਸਾਡਾ ਯਿਸੂ ਮਸੀਹ ਜੋ ਸਾਡਾ ਚਰਚ ਦਾ ਪਤੀ ਜਿਸਨੂੰ ਕਿਹਾ, ਉਹ ਸਾਡੇ ਨਾਲ ਇਸ ਤਰ੍ਹਾਂ ਕਰਦਾ। ਔਰ ਇਹੋ ਹੀ ਚੀਜ਼ ਜਿਸ ਵੇਲੇ ਅਸੀਂ ਇਹ 4 ਚੀਜ਼ਾਂ, ਸੋ ਸਭ ਤੋਂ ਪਹਿਲਾਂ ਇਹ ਸਾਨੂੰ ਮੂੰਹ ਜਵਾਨੀ ਹੋਣੀਆਂ ਚਾਹੀਦੀਆਂ ਕਿ ਮੈਂ ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਮਰਤਾ ਔਰ ਸਵੈ ਕਾਬੂ ਦੇ ਵਿੱਚ ਇਸ ਦੇ ਵਿੱਚ ਕਿਹੜੀ ਚੀਜ਼? ਨਮਰਤਾ ਤਾਂ ਹਰ ਵੇਲੇ। ਨਮਰਤਾ ਇੱਕ ਐਸੀ ਚੀਜ਼ ਆ ਜੋ ਮੇਰੇ ਉਹ ਸਰੀਰ ਦੇ ਗੁਣਾਂ ਨੂੰ ਨੱਪ ਕੇ ਰੱਖਦੀ। ਔਰ ਜਿਸ ਵੇਲੇ ਕੋਈ ਉਸ ਸਮੇਂ ਦੇ ਵਿੱਚ ਵੀ ਤੁਸੀਂ ਗੁਜ਼ਰਦੇ ਪਏ ਆ, ਕੋਈ ਘਰ ਦੇ ਵਿੱਚ ਕੋਈ ਝਗੜਾ ਚੱਲਦਾ ਪਿਆ ਜਾਂ ਕੋਈ ਐਸੀ ਚੀਜ਼ ਚੱਲਦੀ ਪਈ ਹੈ, ਤਾਂ ਸਭ ਤੋਂ ਪਹਿਲਾਂ ਇਹ ਕਿ ਜੇ ਮੈਂ ਹੁਣ ਇੱਥੇ ਗੁੱਸੇ ਦੇ ਨਾਲ ਕੰਮ ਲਵਾਂ, ਆਪਣੇ ਮਜਾਜ ਦੇ ਨਾਲ ਮੈਂ ਕੰਮ ਲਵਾਂ, ਤਾਂ ਕੀ ਉਹ ਹੋ ਜਾਏਗਾ? ਕਿ ਜਾਂ ਮੈਂ ਅਗਰ ਆਪਣੇ ਪ੍ਰਭੂ ਤੋਂ ਸਵੈ ਕਾਬੂ ਮੰਗਿਆ ਕਿ ਪ੍ਰਭੂ ਜੀ ਮੇਰੀ ਜੀਭ ਦੇ ਉੱਤੇ ਹੁਣ ਤੂੰ ਕਾਬੂ ਰੱਖ, ਮੇਰੇ ਹੱਥਾਂ ਪੈਰਾਂ ਤੇ ਤੂੰ ਕਾਬੂ ਕੀਤਾ, ਮੈਂ ਰਾਈਟ ਵੇ ਆਪਣਾ ਆਪ ਆਪਣੇ ਪ੍ਰਭੂ ਦੀਆਂ ਹੱਥਾਂ ਦੇ ਵਿੱਚ ਦੇ ਦਿੱਤਾ। ਔਰ ਫਿਰ ਉਹ ਇਹਨਾਂ ਵਿੱਚੋਂ ਜਿਹੜਾ ਗੁਣ ਹੋਏਗਾ ਉਹ ਦੇਗਾ, ਉਹ ਹਥਿਆਰ ਫੜਾਏਗਾ ਸਾਡੇ ਹੱਥ ਵਿੱਚ, ਔਰ ਫਿਰ ਉਸ ਨੂੰ ਅਸੀਂ ਵਰਤਾਂਗੇ ਔਰ ਉਸ ਦੇ ਵਿੱਚੋਂ ਬਰਕਤ ਪ੍ਰਾਪਤ ਹੋਏਗੀ। ਔਰ ਇਸ ਦੇ ਨਾਲ ਯਾਦ ਰੱਖੋ ਕਿ ਇੱਕ ਵਾਰੀ ਅਸੀਂ ਰਾਈਟ ਤਰੀਕੇ ਦੇ ਨਾਲ ਜਿਸ ਲਈ ਅਸੀਂ ਚੱਲ ਪਏ, ਤਾਂ ਉਹਦੇ ਚੋਂ ਇੱਕ ਆਨੰਦ ਆਉਣਾ ਸ਼ੁਰੂ ਹੋ ਜਾਂਦਾ, ਇੱਕ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਜਿਸ ਲਈ ਅਸੀਂ ਸਰੀਰ ਦੇ ਤਰੀਕੇ ਦੇ ਨਾਲ, ਆਪਣੇ ਗੁੱਸੇ ਦੇ ਨਾਲ, ਆਪਣੀਆਂ ਬਾਕੀ ਦੀਆਂ ਚੀਜ਼ਾਂ ਦੇ ਨਾਲ, ਆਪਣੀਆਂ ਆਕੜਾਂ ਦੇ ਨਾਲ ਕੰਮ ਲੈਂਦੇ ਨਾ, ਉਹ ਜਿਹੜਾ ਫਨ ਜਿਹਾ ਹੁੰਦਾ 2 ਮਿੰਟ ਰਹਿੰਦਾ ਐਵੇਂ ਦਿਮਾਗ ਦੇ ਵਿੱਚ, ਮੈਂ ਕੁਛ ਬਣ ਗਿਆ, ਮੈਂ ਭੇਜਦਾ ਗਿਆ। ਲੇਕਿਨ ਉਸ ਦੇ ਵਿੱਚ ਫਿਰ ਉਹ ਜਿਹੜਾ ਅਸਲੀ ਮੈਂ ਹਾਂ, ਪ੍ਰਭੂ ਦਾ ਜਿਹੜਾ ਆਤਮਾ ਆ, ਜਿਹੜਾ ਉਸਦਾ ਸਾਹ ਆ, ਉਹਦਾ ਕੰਮ ਨਹੀਂ ਹੁੰਦਾ, ਉਹ ਫਿਰ ਮੇਰਾ ਕੰਮ। ਉਹ ਤੋਂ ਕੋਈ ਬਰਕਤ ਨਹੀਂ ਮਿਲਦੀ, ਉਹ ਤੋਂ ਕੋਈ ਬਰਕਤ ਨਹੀਂ ਮਿਲਦੀ, ਕਿਉਂਕਿ ਅਗਲਾ ਬੰਦਾ ਵੀ ਫਿਰ ਕਹਿੰਦਾ ਕੋਈ ਨਹੀਂ, ਤੂੰ ਹੁਣ ਤਾਂ ਕਹਿ ਲਿਆ, ਪਰ ਤੈਨੂੰ ਦੇਖੂਗਾ ਕੀ ਕੀਤਾ ਸੀ, ਕੌੜਾਪਨ ਪੈਦਾ ਕਰ ਲਿਆ, ਜਿਸ ਦਾ ਕੋਈ ਲਾਭ ਨਹੀਂ। ਸੋ ਸ਼ਾਂਤੀ, ਧੀਰਜ,
दयालगी, भलाई, वफादारी, नम्रता, ये सब चीज़ां ऐसियां ਜਿਹੜੇ ਸਾਡੇ ਇਸ ਰਿਸ਼ਤੇ ਦੇ ਵਿੱਚ ਪਿਆਰ ਔਰ ਆਨੰਦ ਲੈ ਕੇ ਆਉਂਦੇ। ਪਿਆਰ ਤੇ ਆਨੰਦ ਜੋ ਹੈ ਉਹ ਇਹਨਾਂ ਹਥਿਆਰਾਂ ਨੂੰ ਵਰਤਣ ਤੇ ਆਉਂਦੇ ਔਰ ਉਸ ਦੇ ਨਾਲ ਪ੍ਰਭੂ ਦੀ ਅੰਦਰੋਂ ਉਸਾਰੀ ਹੋਣੀ, ਜਿਹੜੀ ਪ੍ਰਭੂ ਸਾਡੇ ਅੰਦਰ ਉਸਾਰੀ ਕਰਨੀ ਮੰਗਦਾ ਪਿਆ, ਉਹ ਉਸਾਰੀ ਹੋਣੀ ਸ਼ੁਰੂ ਹੋ ਜਾਂਦੀ। ਉਹ ਜਿਹੜਾ ਨਵਾਂ ਮਨੁੱਖ ਸਾਨੂੰ ਦਿੱਤਾ ਗਿਆ, ਉਹ ਨਵਾਂ ਜਨਮ ਜਿਹੜਾ ਸਾਡੇ ਅੰਦਰ ਹੋਇਆ, ਉਸ ਦੀ ਉਸਾਰੀ ਹੋਣੀ ਸ਼ੁਰੂ ਹੋ ਜਾਂਦੀ। ਮਸੀਹ ਨੇ ਕਿਸ ਤਰ੍ਹਾਂ ਆਪਣੀ ਚਰਚ ਨੂੰ ਪਿਆਰ ਕੀਤਾ, ਉਸਨੇ ਆਪਣਾ ਆਪ ਦਿੱਤਾ, ਉਸਨੇ ਆਪਣਾ ਆਪ ਦਿੱਤਾ, ਉਸਨੇ ਕੁਛ ਨਹੀਂ ਪਿੱਛੇ ਰੱਖਿਆ। ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਉਹਨੇ ਕਿਹਾ, ਮੇਰਾ ਸਰੀਰ ਜਿਹੜਾ ਮੈਂ ਤੁਹਾਡੇ ਲਈ, मेरा लहू जड़ा और वो अपनी चर्च में पवित्र करता है, पवित्र करता। पवित्रता ना तो कोई मानता धोखा है ते ना कोई ऐसी चीज है जिहड़ी ग्रहण नहीं की जा सकती। पवित्रता एक प्रैक्टिस, पवित्रता जिसले अपने अंदरों असी वो अवगुण बाहर कढ़ते हैं और प्रभु की चानण दे विच उसनूं लैके आउंदे और प्रभु का चानण उसनूं पसंद करदा और साडे अंदर एक नवांपन वो एक एक करके पैदा करदा जांदा। वो है सो वो पवित्रता दे वल सानूं लैके जांदे। पवित्रता दे विच कदी घमंड नहीं होया, पवित्रता कभी अपने आप को दिखाती नहीं, पर पवित्रता एक ऐसी चीज है जो प्रभु के कोलों सानू सानू मिली हुआ, उसकी प्रैक्टिस जरूरी, उसके हथियार प्रभु ने सानू दिते हो वो जरूरी। शांति, धीरज और उस तो बाद दयालगी, भलाई, वफादारी और नम्रता और इहो ही जिसले साडा बच्चियां दे नाल साडा रिश्ता, मां बाप दे नाल साडा रिश्ता है और उसनूं असीं देखते हैं। कोई जाना 6वां भाव उसकी 1 आयत तो लैके 4 आयत तक। पढ़ते हैं पास्टर जी। एक दूजे दा भार उठाओ, ਭਰਾਵੋ ਜੇਕਰ ਕੋਈ ਮਨੁੱਖ ਕਿਸੇ ਸਿਸਟਰ ਜੀ 6ਵਾਂ ਭਾਗ ਇਹਦਾ ਦੂਸਰੇ ਦਾ 80 ਦਾ 354 ਹਾਂਜੀ। ਬੱਚੇ ਅਤੇ ਮਾਪੇ, ਬੱਚਿਓ ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਰਹੋ, ਕਿਉਂਕਿ ਇਹ ਕਰਨਾ ਭਲਾ ਹੈ। ਆਪਣੇ ਮਾਂ-ਪਿਓ ਦਾ ਸਤਿਕਾਰ ਕਰ, ਇਹ ਪਹਿਲੀ ਆਗਿਆ ਹੈ ਜਿਸ ਦੇ ਨਾਲ ਪ੍ਰਤਿਗਿਆ ਵੀ ਹੈ। ਇਸ ਦੇ ਪੂਰਾ ਲਾਭ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਧਰਤੀ ਉੱਤੇ ਤੂੰ ਲੰਬੀ ਉਮਰ ਗੁਜ਼ਾਰੇਗਾ। ਮਾਪਿਓ ਤੁਸੀਂ ਵੀ ਆਪਣੇ ਬੱਚਿਆਂ ਨੂੰ ਖਫਾ ਨਾ ਕਰੋ, ਸਗੋਂ ਉਹਨਾਂ ਦਾ ਪਾਲਣ ਪੋਸ਼ਣ ਮਸੀਹੀ ਅਸੂਲਾਂ ਅਤੇ ਸਿੱਖਿਆ ਅਨੁਸਾਰ ਕਰੋ। ਆਮੀਨ। ਪ੍ਰਭੂ ਯਿਸੂ ਮਸੀਹ ਦਾ ਆਪਣੇ ਬਾਪ ਦੇ ਨਾਲ ਕਿੰਨਾ ਦਾ ਰਿਸ਼ਤਾ ਸੀ। ਇੱਕ ਉਹ ਹਮੇਸ਼ਾ ਆਪਣੇ ਬਾਪ ਦੀ ਹਜ਼ੂਰੀ ਦੇ ਵਿੱਚ ਅਸੀਂ ਦੇਖਿਆ ਕਿ ਬਾਰ-ਬਾਰ ਜਾਂਦੇ ਪਏ। ਜਿੱਦਾਂ ਕਿ ਬਹੁਤ ਸਾਰੇ ਸਵਾਲ ਉਠਾਏ ਜਾਂਦੇ ਆ ਕਿ ਜੀ ਯਿਸੂ ਫਿਰ ਦੁਆ ਕਰਨ ਕਿਉਂ ਜਾਂਦਾ ਸੀ ਤੇ ਦੁਆ ਕਿਹਨੂੰ ਕਰਦਾ ਸੀ? ਆਪਣੇ ਬਾਪ ਦੀ ਹਜ਼ੂਰੀ ਦੇ ਵਿੱਚ ਬੈਠਣ ਜਾਂਦਾ ਸੀ। ਅਸੀਂ ਜਿੱਥੋਂ ਆਏ ਆ ਉੱਥੇ ਪਰਮੇਸ਼ਰ ਦਾ ਤੇ ਸਾਡੇ ਵਿੱਚ ਰਿਸ਼ਤਾ ਨਹੀਂ ਹੈਗਾ ਕੋਈ ਖਾਸ। ਇੱਕ ਐਸੀ ਲਾਈਨ ਆ ਜਿਹੜਾ ਉਹ ਪਾਰ ਨਹੀਂ ਕਰਦਾ। ਉਹ ਸਭ ਕੁਛ ਕਰਕੇ ਵੀ ਤਾਂ ਸਾਡੇ ਤੋਂ ਉੱਚਾ ਹੋ ਜਾਂਦਾ, ਬਾਹਰ ਹੋ ਜਾਂਦਾ। ਲੇਕਿਨ ਇੱਥੇ ਪਰਮੇਸ਼ਰ ਦਾ ਇੱਕ ਰਿਸ਼ਤਾ ਹੈ ਸਾਡੇ ਨਾਲ। ਸੋ ਅਸੀਂ ਇਹ ਦੇਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਦਾ ਬਾਪ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੈ।
ਔਰ ਬਾਪ ਦਾ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ। ਮੇਰੇ ਨਾਲ ਯਹੂਨਾ ਦਾ 12ਵਾਂ ਭਾਵ ਦੇਖੋ, ਬੜਾ ਪਿਆਰਾ ਹਿੱਸਾ ਹੈ। ਉਸਨੂੰ ਅਸੀਂ ਇੱਕ ਡਿਫਰੈਂਟ ਬੈਂਟ ਦੇ ਨਾਲ ਅੱਗੇ ਦੇਖਿਆ, ਲੇਕਿਨ ਆਓ ਅਸੀਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਦੇ ਹਾਂ। 12ਵਾਂ ਭਾਵ ਉਸਦਾ ਪੰਨਾ ਹੈਗਾ 188। ਕੋਈ ਜਾਣਾ ਪਹਿਲਾਂ ਤੇ ਇਸਦਾ ਪੜ੍ਹੇ 1 ਤੋਂ ਲੈ ਕੇ 20 ਤੋਂ ਲੈ ਕੇ 26 ਤੱਕ 6 ਆਏ। ਹਾਂਜੀ ਮੈਂ ਪੜ੍ਹਦੀ ਹਾਂ ਪਾਸਟਰ ਜੀ। ਜਿਹੜੇ ਲੋਕੀ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ, ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ। ਉਹ ਯੂਨਾਨੀ ਫਿਲਿਪਸ ਕੋਲ ਆਏ। ਫਿਲਿਪਸ ਗਲੀਲ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ। ਉਹ ਯੂਨਾਨੀਆਂ ਨੇ ਫਿਲਿਪਸ ਅੱਗੇ ਬੇਨਤੀ ਕੀਤੀ, ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਫਿਲਿਪਸ ਨੇ ਅੰਦਰਿਆਸ ਕੋਲ ਜਾ ਕੇ ਇਹ ਦੱਸਿਆ। ਫਿਰ ਉਹਨਾਂ ਦੋਹਾਂ ਨੇ ਯਿਸੂ ਨੂੰ ਇਹ ਦੱਸਿਆ। ਯਿਸੂ ਨੇ ਉਹਨਾਂ ਦੋਹਾਂ ਨੂੰ ਉੱਤਰ ਦਿੱਤਾ, ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ ਤਾਂ ਇਹ ਬਹੁਤ ਫਲਦਾ ਹੈ। ਜੋ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਨਾਸ਼ ਕਰਦਾ ਹੈ, ਪਰ ਉਹ ਜੋ ਆਪਣੇ ਪ੍ਰਾਣ ਨੂੰ ਇਸ ਸੰਸਾਰ ਵਿੱਚ ਨਫ਼ਰਤ ਕਰਦਾ ਹੈ, ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ। ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਮੇਰੇ ਪਿੱਛੇ ਚੱਲੇ, ਤਾਂ ਜੋ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਹੋਵੇ। ਜੋ ਮੇਰੀ ਸੇਵਾ ਕਰਦਾ ਹੈ, ਮੇਰਾ ਪਿਤਾ ਉਸ ਦਾ ਆਦਰ ਕਰੇਗਾ। ਆਮੀਨ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਇੱਕ ਚੀਜ਼ ਦੇਖੀ ਹੈ ਕਿ ਉਹ ਯੂਨਾਨੀ ਪ੍ਰਭੂ ਯਿਸੂ ਮਸੀਹ ਨੂੰ ਮਿਲਣ ਆਏ ਆ, ਬੇਸਿਕਲੀ ਉਹਨਾਂ ਨੂੰ ਲੈਣ। ਲੇਕਿਨ ਇੱਥੇ ਪ੍ਰਭੂ ਯਿਸੂ ਮਸੀਹ ਨੇ ਜੋ ਬਾਪ ਦਾ ਆਦਰ ਕਰਦੇ, ਜੋ ਉਹਨਾਂ ਨੂੰ ਕੰਮ ਮਿਲਿਆ ਹੈ, ਉਸ ਦੇ ਵੱਲ ਆਪਣਾ ਉਹ ਧਿਆਨ ਲੈ ਕਿ ਜਿੰਨੀ ਦੇਰ ਤੱਕ ਮੈਂ ਇਕੱਲਾ ਹਾਂ, ਉਨੀ ਦੇਰ ਤੱਕ ਮੈਂ ਇਕੱਲਾ ਹੀ ਹਾਂ, ਪਰ ਜਦ ਇਹ ਧਰਤੀ ਦੇ ਵਿੱਚ ਬੀਜਿਆ ਜਾਏਗਾ ਪਰ ਉੱਠੇਗਾ, ਉਹ ਬੀਜ ਉੱਠੇਗਾ, ਜੰਮੇਗਾ, ਤਾਂ ਫਿਰ ਬਹੁਤ ਫਲਦਾਇਕ ਹੋਵੇਗਾ। ਸੋ ਉਹ ਬਾਪ ਦੇ ਆਗਿਆਕਾਰੀ ਸੀ। ਔਰ ਬਾਪ ਨੇ ਕੀ ਕਿਹਾ, ਅੱਗੇ ਤੋਂ ਕੀ ਕੀਤਾ? ਯਿਸੂ ਨੇ ਕਿਹਾ, ਮੇਰੀ ਅਛਤਾਈ ਨਹੀਂ ਆਇ, ਮੇਰਾ ਆਤਮਾ ਦੁਖੀ, ਮੈਂ ਕੀ ਕਰਾਂ? हे ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾ, ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ। ਪਿਤਾ ਆਪਣੇ ਨਾਂ ਦੀ ਵਡਿਆਈ ਕਰ। ਇਸ ਉੱਤੋਂ ਇੱਕ ਆਵਾਜ਼ ਆਕਾਸ਼ ਤੋਂ ਆਈ, ਮੈਂ ਉਸ ਦੀ ਵਡਿਆਈ ਕੀਤੀ ਹੈ ਅਤੇ ਇੱਕ ਵਾਰੀ ਫਿਰ ਕਰਾਂਗਾ। ਬਾਪ ਬੇਟੇ ਦਾ ਇੱਕ ਰਿਸ਼ਤਾ ਇੱਥੇ ਰਾਈਟ। ਅਸੀਂ ਬਹੁਤ ਇਹਨਾਂ ਚੀਜ਼ਾਂ ਨੂੰ ਖੋਲ ਕੇ ਦੇਖ ਹਟੇ ਹਾਂ। ਇਹ ਇੱਕ ਐਸਾ ਰਿਸ਼ਤਾ ਆ ਕਿ ਜਿਸ ਵੇਲੇ ਵੀ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਉਹਨਾਂ ਦੇ ਗਲਤ ਕੰਮ ਦੇ ਉੱਤੇ ਤਾਂ ਫਟਾਫਟ ਉਸੇ ਵੇਲੇ ਤਰ ਕਰਕੇ ਸਾਡੀ ਜ਼ੁਬਾਨ ਚ, ਲੇਕਿਨ ਜਿਸ ਵੇਲੇ ਸਾਡੇ ਬੱਚੇ ਕੋਈ ਭਲਾ ਕੰਮ ਕਰਦੇ ਆ ਜਾਂ ਕੋਈ ਅੱਛੀ ਚੀਜ਼ ਕਰਦੇ ਆ, ਅਸੀਂ ਹਮੇਸ਼ਾ ਉਹਨਾਂ ਨੂੰ ਰੈਕਗਨਾਈਜ਼ ਕਰੀਏ। ਇਹ ਸਾਡੇ ਪੰਜਾਬੀ ਖਾਸ ਕਰਕੇ ਖੂਨ ਦੇ ਵਿੱਚ ਪਤਾ ਨਹੀਂ ਕੀ ਮੁਸੀਬਤ ਤੇ ਪਿੱਛੋਂ ਹੀ ਚੱਲੀ ਆ ਰਹੀ ਆ ਕਿ ਜਿੱਦਾਂ ਜਿੱਦਾਂ ਤੁਰੀ ਆਈ ਅਸੀਂ ਉਦਾਂ ਹੀ ਤੁਰੇ ਚਲੇ ਜਾਂਦੇ। ਕੋਈ ਤੇਰੇ ਕੰਨ ਖਿੱਚ ਦੇਣੇ ਆ, ਤੇਰੇ ਦੋ ਲਾ ਦੇਣੀ ਆ, ਤੇਰੇ ਆਹ ਕਰ ਦੇਣਾ, ਤੇਰਾ ਉਹ ਕਰ ਦੇਣਾ। ਅਸੀਂ ਉਹਨਾਂ ਚੀਜ਼ਾਂ 'ਚ ਹੀ ਫਸੇ। ਇੱਥੇ ਅਸੀਂ ਕੀ ਦੇਖਦੇ ਭਾਈ? ਬੇਟਾ ਬਾਪ ਦਾ ਆਦਰ ਕਰਦਾ ਪਿਆ, ਬਾਪ ਸਵਰਗ ਤੋਂ ਬੋਲਦਾ ਪਿਆ। ਕੋਈ ਕਹਿੰਦਾ ਫਰਿਸ਼ਤਾ ਬੋਲਿਆ, ਕੋਈ ਕਹਿੰਦਾ ਪਿਆ ਕਿ ਨਹੀਂ, ਇਹ ਬਦਲ ਦੀ ਆਵਾਜ਼। ਔਰ ਇਹ ਬਾਕੀ ਲੋਕਾਂ ਦੇ ਲਈ ਨਹੀਂ, ਇਹ ਜਿਹੜਾ ਬੋਲਿਆ, ਜਿਹਦੇ ਲਈ ਬੋਲਿਆ, ਉਹਦੇ ਸੁਣਨ ਦੇ ਲਈ, ਔਰ ਸਿਰਫ ਉਹਦੇ ਸੁਣਨ ਦੇ ਲਈ ਸੀ। ਜੋ ਬੇਟੇ ਨੇ ਕੀਤਾ ਉਹ ਬਾਪ ਦੇ ਆਦਰ ਦੇ ਲਈ ਕੀਤਾ। ਜੋ ਬਾਪ ਨੇ ਕੀਤਾ ਉਸਨੇ ਬੱਚੇ ਨੂੰ ਅੱਗੇ ਵਧਣ ਦੇ ਲਈ ਇੱਕ ਹੋਰ ਤਾਕਤ ਦੇ ਦਿੱਤੀ।
मैं पहला भी कीता सी, मैं फेर करांगा। तेरे हर काम तो मेरे नाम नू महिमा मिलदी। याद रखो, जिस वेले भी कोई भला काम बंदा करदा, ਉਹਦੇ ਪਹਿਲੇ ਨਾਮ ਨੂੰ ਬਰਕਤ ਨਹੀਂ ਮਿਲਦੀ ਹੁੰਦੀ, ਲਾਸਟ ਨੇਮ ਨੂੰ ਬਰਕਤ ਮਿਲਦੀ ਹੁੰਦੀ, ਜੋ ਪਾਪ ਤੋਂ ਮਿਲਿਆ, ਜੀਵਨ ਜੋ ਪਾਪ ਤੋਂ ਸਾਨੂੰ ਲਾਸਟ ਨੇਮ ਮਿਲਿਆ ਹੁੰਦਾ, ਉਸ ਨੂੰ ਬਰਕਤ ਮਿਲ ਰਹੀ ਹੁੰਦੀ ਹੈ। ਉੱਥੋਂ ਪਤਾ ਲੱਗਦਾ, ਉੱਥੋਂ ਖਾਨਦਾਨ ਦਾ ਨਾਮ ਉੱਚਾ ਹੁੰਦਾ। ਇਹੋ ਚੀਜ਼ ਉਹ ਕਹਿ ਰਿਹਾ ਪ੍ਰਭੂ ਦਾ ਵਚਨ। ਉਹ ਕਹਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਖਫਾ ਨਾ ਕਰੋ ਐਜ਼ ਅ ਪੇਰੈਂਟ। ਔਰ ਬਾਪ ਹੋਣ, ਬੇਟਾ ਹੋਣ ਦੇ ਨਾਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਆਪਣੀ ਮਾਂ ਔਰ ਬਾਪ ਦਾ ਆਦਰ ਕਰਾਂ। ਔਰ ਸਾਨੂੰ ਕੂਚ ਦੀ ਪੋਥੀ ਦੇ ਵਿੱਚ 20ਵੇਂ ਪਾਪ ਦੇ ਵਿੱਚ ਜਿਹੜੀਆਂ ਸਾਨੂੰ ਦੱਸੀਆਂ ਗਈਆਂ 10 ਕਮੈਂਡਮੈਂਟਸ ਦਿੱਤੀਆਂ ਗਈਆਂ, ਉਸ ਦੇ ਵਿੱਚ ਇਹ ਬਰਕਤ ਜਿਹੜੀ ਛੁਪੀ ਹੋਈ, ਜਿਸ ਦੀ ਉਹ ਗੱਲ ਕਰਦਾ ਪਿਆ ਕਿ ਪ੍ਰਭੂ ਨੇ ਆਪਣੇ 10 ਨਿਯਮਾਂ ਦੇ ਵਿੱਚ ਇਹ ਇੱਕ ਐਸੀ ਸਿਰਫ ਇੱਕ ਐਸੀ ਇਹ ਕਮੈਂਡਮੈਂਟ ਆ ਜਿਸ ਦੇ ਨਾਲ ਬਰਕਤ ਜੁੜੀ, ਬਾਕੀ ਕਿਸੇ ਦੇ ਨਾਲ ਕੋਈ ਬਰਕਤ ਨਹੀਂ। ਮੇਰੇ ਨਾਲ ਕੂਚ ਦਾ 20ਵਾਂ ਭਾਵ ਕੱਢੋ, ਕੂਚ ਦਾ 20ਵਾਂ ਭਾਵ ਪੰਨਾ ਨੰਬਰ, ਮੈਂ ਜਿਸ ਨੂੰ ਮਿਲ ਜਾਏ ਪੰਨਾ ਨੰਬਰ ਜ਼ਰੂਰ ਦੱਸਦਾ। 107 ਪੇਜ ਆ ਮਾਸਟਰ ਜੀ ਪਿੱਛੇ। ਹਾਂਜੀ, ਵੈਰੀ ਨਾਈਸ। ਅਸੀਂ ਇਸ ਦੀਆਂ 1 ਤੋਂ ਲੈ ਕੇ ਅਸੀਂ 17 ਆਇਤਾਂ ਤੱਕ ਦੇਖ। मैं पढ़ती हूँ पास्टर जी। हाँ 10 ਹੁਕਮ। ਪਰਮੇਸ਼ਵਰ ਨੇ ਇਹ ਸਭ ਕਿਹਾ, ਮੈਂ ਹੀ ਉਹ ਪ੍ਰਭੂ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਹਾਂ। ਤੂੰ ਮੇਰੇ ਤੋਂ ਸਿਵਾਏ ਕਿਸੇ ਦੂਜੇ ਦੇਵਤੇ ਦੀ ਉਪਾਸਨਾ ਨਾ ਕਰਨਾ। ਤੂੰ ਆਪਣੇ ਲਈ ਨਾ ਕੋਈ ਘੜੀ ਮੂਰਤ, ਨਾ ਹੀ ਕਿਸੇ ਚੀਜ਼ ਦੀ ਸੂਰਤ ਜੋ ਉੱਤੇ ਆਕਾਸ਼ ਤੇ ਹੋਵੇ ਜਾਂ ਧਰਤੀ ਦੇ ਹੇਠ ਜਾਂ ਪਾਣੀਆਂ ਦੇ ਅੰਦਰ ਹੋਵੇ ਬਣਾਉਣਾ। ਤੂੰ ਉਹਨਾਂ ਨੂੰ ਬਣਾ ਕੇ ਉਹਨਾਂ ਅੱਗੇ ਮੱਥਾ ਨਾ ਟੇਕਣਾ, ਕਿਉਂਕਿ ਮੈਂ ਈਰਖਾ ਕਰਨ ਵਾਲਾ ਪਰਮੇਸ਼ਵਰ ਹਾਂ। ਮੈਂ ਉਹਨਾਂ ਤੋਂ ਜੋ ਮੈਨੂੰ ਘਿਰਣਾ ਕਰਦੇ ਹਨ ਅਤੇ ਮੇਰੇ ਵਿਰੁੱਧ ਅਪਰਾਧ ਕਰਦੇ ਹਨ, ਉਹਨਾਂ ਦੇ ਬੱਚਿਆਂ ਤੋਂ ਬਦਲਾ ਲੈਂਦਾ ਹਾਂ, ਇੱਥੋਂ ਤੱਕ ਕਿ ਉਹਨਾਂ ਦੀ ਤੀਜੀ ਚੌਥੀ ਪੀੜ੍ਹੀਆਂ ਕੋਲੋਂ ਵੀ। ਪਰ ਉਹਨਾਂ ਹਜ਼ਾਰਾਂ ਤੇ ਆਪਣੀ ਦਇਆ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹਨ। ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦਾ ਨਾਂ ਵਿਅਰਥ ਨਾ ਲੈਣਾ, ਕਿਉਂਕਿ ਪ੍ਰਭੂ ਆਪਣਾ ਨਾਂ ਵਿਅਰਥ ਲੈਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਤੂੰ 7ਵੇਂ ਦਿਨ ਨੂੰ ਪਵਿੱਤਰ ਸਬਤ ਕਰਕੇ ਮੰਨਣਾ। 6 ਦਿਨ ਤੂੰ ਆਪਣੇ ਸਾਰੇ ਕੰਮ ਕਾਜ ਕਰਨਾ, ਪਰ 7ਵੇਂ ਦਿਨ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦਾ ਸਬਤ ਕਰਕੇ ਮਨਾਉਣਾ। ਇਸ ਦਿਨ ਨੂੰ ਤੂੰ ਕੋਈ ਕੰਮ ਨਾ ਕਰਨਾ, ਨਾ ਤੂੰ, ਨਾ ਤੇਰਾ ਧੀ ਪੁੱਤਰ, ਨਾ ਤੇਰਾ ਨੌਕਰ ਨੌਕਰਾਣੀ ਅਤੇ ਨਾ ਹੀ ਤੇਰਾ ਪਸ਼ੂ, ਇੱਥੋਂ ਤੱਕ ਕਿ ਤੇਰੇ ਘਰ ਠਹਿਰਿਆ ਪਰਦੇਸੀ ਵੀ। ਪ੍ਰਭੂ ਨੇ 6 ਦਿਨਾਂ ਵਿੱਚ ਸਵਰਗ, ਧਰਤੀ, ਸਮੁੰਦਰ ਅਤੇ ਜੋ ਕੁਝ ਇਹਨਾਂ ਵਿੱਚ ਹੈ ਬਣਾਇਆ, ਪਰ 7ਵੇਂ ਦਿਨ ਉਸਨੇ ਆਰਾਮ ਕੀਤਾ। ਇਸ ਲਈ ਉਸਨੇ ਇਸ ਦਿਨ ਨੂੰ ਸਬਤ ਕਰਕੇ ਪਵਿੱਤਰ ਠਹਿਰਾਇਆ। ਤੂੰ ਆਪਣੇ ਮਾਂ ਪਿਓ ਦਾ ਆਦਰ ਕਰਨਾ, ਇਹ ਕਰਨ ਤੇ ਤੂੰ ਉਸ ਧਰਤੀ ਤੇ ਲੰਮੀ ਉਮਰ ਗੁਜ਼ਾਰੇਂਗਾ ਜੋ ਪ੍ਰਭੂ ਤੇਰਾ ਪਰਮੇਸ਼ਵਰ ਦੇਵੇਗਾ। ਤੂੰ ਕਤਲ ਨਾ ਕਰਨਾ, ਤੂੰ ਬੇਵਿਚਾਰ ਨਾ ਕਰਨਾ, ਤੂੰ ਚੋਰੀ ਨਾ ਕਰਨਾ, ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਣਾ, ਤੂੰ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰਨਾ, ਨਾ ਉਸਦੀ ਪਤਨੀ ਦੀ, ਨਾ ਨੌਕਰ ਜਾਂ ਨੌਕਰਾਣੀ ਦੀ, ਨਾ ਬਲਦ ਦੀ ਜਾਂ ਗਧੇ ਦੀ, ਅਤੇ ਨਾ ਹੀ ਉਸਦੀ ਕਿਸੇ ਚੀਜ਼ ਦੀ। ਕਿਸੇ ਚੀਜ਼ ਦੀ 10 ਨਿਯਮ ਪ੍ਰਭੂ ਨੇ ਸਾਨੂੰ ਦਿੱਤੇ। ਪਹਿਲੇ 4 ਜਿਹੜੇ ਉਹ ਪ੍ਰਭੂ ਦੇ ਨਾਲ ਕਨੈਕਟਡ, ਸਾਡਾ ਜਿਹੜਾ ਰਿਸ਼ਤਾ ਸਵਰਗ ਦੇ ਵੱਲ। ਪਿਛਲੇ ਜਿਹੜੇ 5 ਉਹ ਮੇਰੇ ਗੁਆਂਢੀ ਦੇ ਬਾਰੇ ਔਰ ਮੇਰੇ ਭਰਾ ਦੇ ਬਾਰੇ। ਪਰ ਇੱਕ ਜਿਹੜਾ ਫੁੱਲੀ ਪੋਜ਼ਿਟਿਵ, ਬਾਕੀ ਸਾਰਿਆਂ ਦੇ ਵਿੱਚ ਨਾ ਸ਼ਬਦ ਹੈਗਾ, ਆ ਨਾ ਕਰਨਾ, ਆ ਨਾ ਕਰਨਾ, ਆ ਨਾ ਕਰਨਾ, ਆ ਨਾ ਕਰਨਾ। ਲੇਕਿਨ ਇੱਕ ਪੋਜ਼ਿਟਿਵ, ਤੂੰ ਆਪਣੇ ਮਾਂ ਔਰ ਪਿਓ ਦਾ ਆਦਰ ਕਰ। ਇਹ ਕਰਨ ਤੇ ਕਹਿੰਦਾ ਮੈਂ ਕੀ ਕਰੂੰਗਾ, ਤੂੰ ਇਸ ਧਰਤੀ ਦੇ ਉੱਤੇ ਲੰਮੀ ਉਮਰ ਯਾਨੀ ਕਿ ਸ਼ਾਲੋਮ ਪਰਮੇਸ਼ਵਰ ਦੀ ਸ਼ਾਂਤੀ ਦੇ ਵਿੱਚ ਜੀਏਗਾ।
ਲੰਬੀ ਉਮਰ ਸ਼ਾਲੋਮ ਦਾ ਇੱਕ ਹਿੱਸਾ, ਜਿੱਦਾਂ ਮੈਂ ਕੱਲ ਅਸੀਂ ਪਰਸੋਂ ਦੇਖਿਆ ਸੀ ਕਿ ਪਿਜ਼ੇ ਵਾਂਗੂ ਆ ਜਿਹੜਾ ਸ਼ਬਦ ਸ਼ਾਲੋਮ ਸ਼ਾਂਤੀ, ਉਹਦੇ ਵਿੱਚ ਇੱਕ ਜਿਹੜਾ ਹਿੱਸਾ ਆ ਉਹ ਹੈ ਲੰਬੀ ਉਮਰ, ਜਿਹੜਾ ਔਰ ਪ੍ਰਭੂ ਦੀ ਸ਼ਾਂਤੀ ਦੇ ਕਰਕੇ। ਇਸ ਕਰਕੇ ਉਹ ਕਹਿੰਦਾ ਕਿ ਤੂੰ ਇਹ ਕੰਮ ਕਰ। Am I doing it for, ਮੈਂ ਇਹ ਦੁਨੀਆ ਨੂੰ ਦਿਖਾਉਣ ਦੇ ਲਈ ਕਰਦਾ, ਇਹ ਮੈਂ ਆਪਣੇ ਪ੍ਰਭੂ ਦੇ ਲਈ ਕਰਦਾ। ਸੋ ਜਿਸ ਵੇਲੇ ਸਾਡੇ ਬੱਚੇ ਕੋਈ ਅੱਛਾ ਕੰਮ ਕਰਨ, ਉਹਨਾਂ ਨੂੰ ਉਸ ਚੀਜ਼ ਦੇ ਲਈ ਰੈਕਗਨਾਈਜ਼ ਕਰੋ, ਬਰਕਤ ਦਿਓ, ਬਰਕਤ ਦਿਓ। ਜਿਸ ਲਈ ਉਹ ਗਲਤ ਕੰਮ ਕਰਦੇ ਆ ਤਾਂ ਉਸ ਲਈ ਸੋਚੋ ਕਿ ਮੈਨੂੰ ਇਹਨਾਂ ਹਥਿਆਰਾਂ ਦੇ ਵਿੱਚੋਂ ਕਿਹੜਾ ਹਥਿਆਰ ਯੂਜ਼ ਕਰਨਾ ਪੈਣਾ। ਸਵੈ ਕਾਬੂ ਅਸੀਂ ਉਸ ਵੇਲੇ ਹੀ ਆਪਣੇ ਆਪ ਤੇ ਅਪਣਾ ਲਿਆ, ਕਿਉਂਕਿ ਹੁਣ ਅਸੀਂ ਸੋਚਣ ਲੱਗੇ। ਨਮਰਤਾ, ਦਿਆਲਗੀ, ਧੀਰਜ, ਮੈਨੂੰ ਇਸ ਵੇਲੇ ਭਲਾਈ, ਵਫਾਦਾਰੀ, ਕਿਹੜੀ ਚੀਜ਼ ਇਸ ਵੇਲੇ, ਕਿਹੜਾ ਹਥਿਆਰ ਹੁਣ ਇਹਦੇ ਨਾਲ ਚੱਲੇ। ਕਿਉਂਕਿ ਗੁੱਸਾ ਕਰਾਂਗੇ ਤਾਂ ਉਹਦੇ ਨਾਲ ਨਹੀਂ ਹੈਗਾ, ਗੁੱਸਾ ਉਹਨਾਂ ਦਾ ਸਾਡੇ ਤੋਂ ਵੀ ਜ਼ਿਆਦਾ ਹੈ। ਉਹ ਤਾਂ ਆਲਮੋਸਟ ਓਪਨ ਸੁਸਾਇਟੀ ਦੇ ਵਿੱਚ ਇੱਥੇ ਪਲਦੇ ਪਏ ਆ, ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦੇ ਨਾਲ ਕੋਈ ਨਹੀਂ। ਅਸੀਂ ਆਪਣੇ ਹੀ, ਜਿੱਦਾਂ ਤੁਸੀਂ ਇਹ ਕਹਿ ਲਓ ਕਿ ਅਸੀਂ ਆਪਣੇ ਹੀ ਰਿਸ਼ਤਾ ਖਰਾਬ ਕਰ, ਉਹ ਫੇਥ ਗਵਾ ਲਾਂਗੇ। ਬੱਚਾ ਕਦੀ ਵੀ ਸਾਡੇ ਕੋਲ ਆਪਣੀ ਗਲਤੀ ਲੈ ਕੇ ਨਹੀਂ ਆਏ। ਉਹਨਾਂ ਦੇ ਨਾਲ ਰਿਸ਼ਤਾ ਏਦਾਂ ਦਾ ਬਣਾਓ ਕਿ ਆਪਣੀ ਗਲਤੀ ਲੈ ਕੇ ਤੁਹਾਡੇ ਕੋਲ ਪੁੱਛਣ ਕਿ ਮੈਂ ਆਹ ਗਲਤ ਕੀਤਾ, ਇਹ ਨਹੀਂ ਕਿ ਮੈਂ ਆਹ ਠੀਕ ਕੀਤਾ। ਗਲਤੀ ਵੀ ਉਦਾਂ ਹੀ ਲੈ ਕੇ ਆਉਣ, ਕਿਉਂਕਿ ਅਸੀਂ ਉਹਨਾਂ ਦੇ ਭਲਾਈਆਂ ਨੂੰ ਇੰਨਾ ਜ਼ਿਆਦਾ ਸਰਾਹਨੇ ਪਏ ਕਿ ਉਹਨਾਂ ਨੂੰ ਅਸੀਂ ਗਲਤੀ ਕਰਨ ਦਾ ਮੌਕਾ ਨਹੀਂ ਪਏ। ਔਰ ਉਸ ਦੇ ਨਾਲ ਇਹ ਰਿਸ਼ਤੇ ਸਾਡੇ ਮਜ਼ਬੂਤ ਹੁੰਦੇ ਆ। ਉਸ ਦੇ ਨਾਲ ਜਿਹੜੇ ਬੱਚੇ ਆ, ਉਹ ਸਾਡਾ ਉਹ ਰਿਸ਼ਤਾ ਪ੍ਰਭੂ ਦਾ ਬਣਦਾ ਉਹਨਾਂ ਦੇ ਨਾਲ। ਠੀਕ। ਔਰ ਉਸ ਤੋਂ ਬਾਅਦ ਜਿਹੜਾ ਅਗਲਾ ਹਿੱਸਾ ਉਹ ਹੈ ਕਾਮੇ ਦਾ। ਔਰ ਅਗੇਨ ਅਸੀਂ ਕਿਸੇ ਦੇ ਲਈ ਕੰਮ ਕਰਦੇ ਹਾਂ ਜਾਂ ਕੋਈ ਸਾਡੇ ਲਈ ਕੰਮ ਕਰਦਾ ਤਾਂ ਇਹੋ ਹੀ ਹਥਿਆਰ ਉੱਥੇ ਕੰਮ ਆਉਂਦੇ। ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਮਰਤਾ ਤੇ ਸਵੈ ਕਾਬੂ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ, ਅਗਰ ਅਸੀਂ ਆਪਣੇ ਤੇ ਮੁੜ ਕੇ ਆ ਜਾਈਏ, ਸੋ ਉੱਥੇ ਉਹ ਕਾਮਿਆਂ ਨੂੰ ਕਹਿ ਰਿਹਾ, ਤੇ ਜਿੱਦਾਂ ਗੁਲਾਮ ਸ਼ਬਦ ਵਰਤਦਾ ਪਿਆ, ਕਿਉਂਕਿ ਗੁਲਾਮੀ ਉਹਨਾਂ ਦਿਨਾਂ ਦੇ ਵਿੱਚ ਆਮ ਸੀ, ਹੁਣ ਹੈ ਨਹੀਂ ਗੀ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੰਮ ਕੰਮ ਆਪਣੀ ਮਿਹਨਤ ਲੈਂਦਾ ਰਹੇ। ਗੁਲਾਮੋ ਆਪਣੇ ਸੰਸਾਰਕ ਮਾਲਕਾਂ ਦੇ ਪੂਰੇ ਦਿਲ ਦੇ ਨਾਲ ਡਰਦੇ ਕੰਬਦੇ ਹੋਏ ਇਸ ਤਰ੍ਹਾਂ ਆਗਿਆਕਾਰੀ ਬਣੋ, ਜਿਸ ਤਰ੍ਹਾਂ ਤੁਸੀਂ ਮਸੀਹ ਦੇ ਗੁਲਾਮ, ਜਿਸ ਤਰ੍ਹਾਂ ਤੁਸੀਂ ਮਸੀਹ ਦੇ ਲਈ ਕਾਮੇ। ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਸਦੇ ਕਾਮੇ ਕਿਹਾ, ਕਿਉਂਕਿ ਆਪਣੇ ਸਵਰਗ ਦੇ ਕੰਮ ਦੇ ਲਈ ਸਾਨੂੰ ਕੰਮ, ਅਸੀਂ ਉਹਦੀ ਸਵਰਗ ਦੀ ਮਿਨਿਸਟਰੀ ਦੇ ਲਈ ਕੰਮ ਕਰਦੇ। ਔਰ ਕੇਵਲ ਆਦਮੀਆਂ ਨੂੰ ਦਿਖਾਉਣ ਵਾਸਤੇ ਨਹੀਂ, ਪਰ ਇਹ ਚੀਜ਼ ਦੇਖਦੇ ਹੋਏ ਕਿ ਮੇਰਾ ਪ੍ਰਭੂ। ਸੋ ਜਿਸ ਲਈ ਅਸੀਂ ਆਪਣੇ ਕੰਮ ਕਰਨ ਵਾਲੇ ਨੂੰ ਵੀ ਉਸ ਦੀਆਂ ਗਲਤੀਆਂ ਨੂੰ ਦੇਖਦੇ ਪਏ। ਅਗੇਨ, ਅਗਰ ਉਹ ਚੰਗਾ ਕੰਮ ਕਰਦਾ ਪਿਆ, recognize it. ਤੁਸੀਂ ਸੇਮ ਵਰਕਰ ਨੂੰ 2 ਤੋਂ 3 ਗੁਣਾ ਕੰਮ ਕਰਦਾ ਦੇਖੋਗੇ। ਕਮ ਸੇ ਕਮ ਬੇਸ਼ੱਕ ਉਸਦੀ ਪ੍ਰੋਡਕਸ਼ਨ ਨਾ 2 ਤੋਂ 3 ਗੁਣਾ ਹੋਵੇ, ਲੇਕਿਨ ਉਸਦਾ ਮਨ ਉਸ ਕੰਮ ਦੇ ਵਿੱਚ ਜਿਹੜਾ ਲੱਗੇਗਾ 2 ਤੋਂ 3 ਗੁਣਾ ਲੱਗੇਗਾ। It will do wonders. ਇਸੇ ਇਹ ਕਹਿਣਾ ਸੌਖਾ ਆ ਕਿ you miss a spot, ਪਰ ਜੇ ਅਸੀਂ ਇਹ ਕਹੀਏ ਕਿ ਤੂੰ wow, look at the rest of the stuff, you did a good job, but just I think you need to do a little bit more over there, ਥੋੜਾ ਜਿਹਾ ਤੈਨੂੰ ਉੱਥੇ ਵੀ ਕਰਨਾ ਪੈਣਾ, ਬਾਕੀ ਦੀ ਜੌਬ amazing।
ਔਰ ਅਸੀਂ ਦੇਖਿਆ ਸੀ ਕਿ ਸਾਡਾ ਪ੍ਰਭੂ ਸਾਨੂੰ ਜਿਸ ਲਈ ਕੰਮ ਦੇ ਲਈ ਕਹਿੰਦਾ ਹੈ ਤਾਂ ਉਹ ਕਹਿੰਦਾ ਹਲ ਤੇ ਹੱਥ ਰੱਖ ਕੇ ਪਿੱਛੇ ਪਿੱਛੇ ਨੂੰ ਨਾ ਦੇਖੀ, ਪਿੱਛੇ ਮੁੜ ਕੇ ਨਾ ਦੇਖੀ। ਸੋ ਇਹੀ ਤਿੰਨ, ਇਹੋ ਹੀ 7 ਚੀਜ਼ਾਂ ਹਰ ਥਾਂ ਕੰਮ doesn't matter what। ਇਹਨਾਂ ਦੇ ਨਾਲ ਅਸੀਂ ਸ਼ੈਤਾਨ ਨੂੰ ਕੋਈ ਜਗ੍ਹਾ ਨਹੀਂ ਦਿੰਦੇ, ਉਸਨੂੰ ਕੋਈ ਜਗ੍ਹਾ ਨਹੀਂ ਦਿੰਦੇ। ਉਸਨੂੰ ਘਰ ਬੁਲਾ ਕੇ ਬਾਹਰ ਕੱਢਣ ਦੇ ਨਾਲੋਂ ਉਸਨੂੰ ਘਰ ਆਉਣ ਹੀ ਨਾ ਦਿਓ, ਉਹਨੂੰ ਆਉਣ ਹੀ ਨਾ ਦਿਓ। ਸਵੈ ਕਾਬੂ ਤੋਂ ਸ਼ੁਰੂ ਹੋਵੋ ਹਰੇਕ ਸਿਚੁਏਸ਼ਨ ਦੇ ਵਿੱਚ, ਔਰ ਉਹਦੇ ਅਨੁਸਾਰ ਫਿਰ ਬਾਕੀ ਦਾ ਦੇਖੋ ਕਿੱਥੇ ਮੈਨੂੰ ਸ਼ਾਂਤੀ ਵਰਤਣੀ ਪੈਣੀ ਹੈ ਜਾਂ ਮੈਨੂੰ ਦਇਆ ਕਰਨੀ ਪੈਣੀ ਜਾਂ ਭਲਾਈ ਦੇ ਨਾਲ ਕੰਮ ਲੈਣਾ। ਔਰ ਅਸੀਂ ਆਪਣੇ ਰਿਸ਼ਤਿਆਂ ਨੂੰ ਦੁੱਗਣਾ ਤਿੱਗਣਾ ਚੌਗਣਾ ਵੱਧਦਾ ਦੇਖਾਂ। ਔਰ ਇਹਨਾਂ ਦੇ ਨਾਲ ਸਾਡੇ ਆਪਣੇ ਐਜ਼ ਅ ਹਸਬੈਂਡ ਵਾਈਫ ਸਾਡੇ ਰਿਸ਼ਤਿਆਂ ਦੇ ਵਿੱਚ ਪ੍ਰਭੂ ਦੀ ਭਲਾਈ ਵਧੇਗੀ, ਬੱਚਿਆਂ ਦੇ ਨਾਲ ਭਲਾਈ ਵਧੇਗੀ, ਔਰ ਸਾਡੇ ਕੰਮ ਤੇ ਜਿੱਥੇ ਅਸੀਂ ਜਾਂਦੇ ਕੰਮ ਤੇ ਜਾਂਦੇ ਹਾਂ, ਕੋਈ ਕੰਮ ਕਰਨ ਦੇ ਲਈ ਸਾਡੇ ਕੋਲ ਆਉਂਦਾ, ਉੱਥੇ ਅਸੀਂ ਪ੍ਰਭੂ ਦੀ ਹਜ਼ੂਰੀ ਨੂੰ ਵੱਧਦੇ ਦੇਖਾਂਗੇ। ਆਉਣ ਵਾਲਿਆਂ ਦਿਨਾਂ ਦੇ ਵਿੱਚ ਅਸੀਂ ਜਿਹੜੀ ਚੀਜ਼ ਦੇਖਣ ਜਾ ਰਹੇ ਹਾਂ ਉਹ ਹੈ ਪ੍ਰਭੂ ਦੇ ਹਥਿਆਰ। ਔਰ ਇਹ ਬਹੁਤ ਜਿਹੜੇ ਅਗਲੇ 5 ਦਿਨ ਹੈ ਬਹੁਤ ਇੰਪੋਰਟੈਂਟ। ਸੋ ਮੇਕ ਸ਼ੋਰ ਕਿ ਆਪਣੀ ਦੁਆ ਦੇ ਨਾਲ ਤੁਸੀਂ ਪ੍ਰਭੂ ਦੇ ਕੋਲ ਆਇਓ ਔਰ ਮਿਸ ਨਾ ਕਰੋ, ਕਿਉਂਕਿ ਅਸੀਂ ਇਹਨਾਂ ਦੇ ਵਿੱਚ ਜਿਹੜੀ ਸਾਡੇ ਤੇ 3 ਪਾਸਿਓਂ ਜਿਹੜੀ ਜੰਗ ਚੱਲੀ ਹੋਈ ਆ। ਯਾਦ ਰੱਖੋ ਕਿ ਜਿਸਲੇ ਅਸੀਂ ਖਾਸ ਕਰਕੇ ਜਿਹੜੇ ਮਸੀਹੀ ਘਰਾਣਿਆਂ ਦੇ ਵਿੱਚ ਪੈਦਾ ਨਹੀਂ ਹੋਏ ਔਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਕਰਕੇ ਸਵੀਕਾਰ ਕੀਤਾ ਤੇ ਅਸੀਂ ਵੈਰੀ ਦੇ ਹੱਥੋਂ ਉਹਦੀ ਜਿੱਤੀ ਹੋਈ ਪ੍ਰਾਪਰਟੀ ਜਿਹੜੀ ਅਸੀਂ ਉਹਦੀ ਖਰੀਦੀ ਹੋਈ ਜਿਹੜੀ ਪ੍ਰਾਪਰਟੀ ਸੀ ਉਹ ਨਿਕਲਦੀ ਪਈ, ਉਹ ਨਿਕਲਦੀ ਪਈ। ਔਰ ਉਹਦਾ ਇੱਕੋ ਹੀ ਏਮ ਆ, ਉਹਦਾ ਏਮ ਸਾਡੇ ਦੇ ਨਾਲ ਨਹੀਂ ਕੋਈ ਖਾਸ ਹੈਗਾ ਕਿ ਸਾਡੀ ਜ਼ਿੰਦਗੀ ਖਰਾਬ ਕਰਨੀ ਤਾਂ ਉਹ ਕਰਨੀ, ਏਦਾਂ ਦਾ ਏਮ ਨਹੀਂ ਹੁੰਦਾ ਹੈਗਾ। ਉਹਦਾ ਏਮ ਸਿਰਫ ਇੱਕ ਆ। ਅਗਰ ਦੇਖੋ, ਅਗਰ ਤੁਹਾਨੂੰ ਇੱਕ ਐਗਜ਼ਾਮਪਲ ਮੈਂ ਦਿੰਦਾ, ਅਗਰ ਤੁਸੀਂ ਕਿਸੇ ਦੇ ਜ਼ਿੰਦਗੀ ਦੇ ਵਿੱਚ ਉਹਨੂੰ ਦੁੱਖ ਦੇਣਾ ਹੋਵੇ ਤੇ ਜ਼ਿਆਦਾ ਦੁੱਖ ਕਿਸ ਤਰ੍ਹਾਂ ਆਏਗਾ ਜੇ ਤੁਸੀਂ ਉਹਨੂੰ ਦੁੱਖ ਦਿਓ ਕਿ ਉਹਦੀ ਸੰਤਾਨ ਨੂੰ ਦੁੱਖ ਦਿਓ। ਉਹ ਉਸਦੀ ਸੰਤਾਨ ਨੂੰ ਮੰਗਦਾ ਕਿ ਇਹਨਾਂ ਨੂੰ ਮੈਂ ਆਪਣੇ ਵੱਲ ਖਿੱਚ ਕੇ ਰੱਖਾਂ ਔਰ ਇਹਨਾਂ ਤੋਂ ਉਹ ਕੰਮ ਕਰਾਵਾਂ ਜਿਹੜਾ ਮੈਂ ਚਾਹੁੰਦਾ, ਉਹਦੇ ਨਾਲ ਬਾਪ ਨੂੰ ਜਾਣਾ। ਠੀਕ, ਜਿਹੜੇ ਪ੍ਰਭੂ ਦੇ ਮਿਰਾਕੁਲਸ ਤੇ ਮਿਰਾਕਲ, ਉਹਦੇ ਚਮਤਕਾਰ ਤੇ ਕੰਮ, ਜਿਹੜੀਆਂ ਸਾਰੀਆਂ ਚੀਜ਼ਾਂ ਉਹ ਪ੍ਰਭੂ ਉਸ ਵੇਲੇ ਦਿੰਦਾ ਜਿਸ ਲਈ ਅਸੀਂ ਪ੍ਰਭੂ ਦਾ ਵਚਨ ਨੂੰ ਅੱਗੇ ਲੈ ਕੇ ਜਾਂਦੇ। ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਜੋੜਦੇ ਹੈਗੇ ਆ ਮਿਰਾਕਲਸ ਦੇ ਨਾਲ। ਇਟ ਇਜ਼ ਨਾਟ, ਇਸ ਦੇ ਵਿੱਚ ਕਿਤੇ ਇਹ ਚੀਜ਼ ਨਹੀਂ ਦੱਸੀ। ਇਹ ਜਿਹੜਾ ਸਾਰੇ ਦਾ ਸਾਰਾ ਸਾਨੂੰ ਹਿੱਸਾ ਦਿੱਤਾ ਗਿਆ, ਇਹ ਸਾਡੀ ਆਪਣੀ ਜ਼ਿੰਦਗੀ ਦੇ ਆਲੇ ਦੁਆਲੇ ਜੋ ਪ੍ਰਭੂ ਦੇ ਹੱਥਾਂ ਦੀ ਬਾੜ, ਉਸ ਦੇ ਅੰਦਰ ਕਿੱਦਾਂ ਰਹਿਣਾ, ਉਸ ਦੇ ਅੰਦਰ ਕਿੱਦਾਂ ਰਹਿਣਾ, ਇਹ ਉਹ ਚੀਜ਼ ਸਾਨੂੰ ਸਿਖਾਉਂਦੀ। 2 ਤਰ੍ਹਾਂ ਦੇ ਜ਼ੂ ਹੁੰਦੇ ਆ। ਇੱਕ ਜ਼ੂ ਉਹ ਹੁੰਦਾ ਜਿਸ ਲਈ ਅਸੀਂ ਇੱਥੇ ਈਵਨ ਵੈਨਕੂਵਰ ਜ਼ੂ ਦੇ ਵਿੱਚ ਜਾਂਦੇ ਹਾਂ ਤੇ ਉਹਨਾਂ ਨੇ ਜਿਹੜੇ ਸ਼ੇਰ ਵਗੈਰਾ ਉਹਨਾਂ ਨੂੰ ਪਿੰਜਰਿਆਂ ਦੇ ਵਿੱਚ ਬੰਦ ਕਰਕੇ ਰੱਖਿਆ ਔਰ ਅਸੀਂ ਜਾਂਦੇ ਹਾਂ ਤੇ ਉਹਨਾਂ ਨੂੰ ਦੇਖਦੇ ਹਾਂ, ਇੱਕ ਥਾਂ ਤੋਂ ਜ਼ਿਆਦਾ ਸਾਨੂੰ ਅੱਗੇ ਉਹ ਨਹੀਂ ਜਾਣ ਦਿੰਦੇ। ਦੂਸਰਾ, ਉਹਨਾਂ ਨੇ ਬਹੁਤ ਸਾਰੇ ਜਾਨਵਰ ਜਿਹੜੇ ਖੁੱਲੇ ਰੱਖੇ ਹੋ, ਉਹਦੇ ਵਿੱਚ ਰਿਛ ਵੀ ਆ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ,
ਉੱਥੇ ਉਹ ਸਾਨੂੰ ਇੱਕ ਕੇਜ ਜਿਹੜਾ ਹੁੰਦਾ ਨਾ ਉਹਦੇ ਚ ਬੰਦ ਕਰਕੇ ਲੈ ਕੇ, ਜਿਹੜੀ ਬੱਸ ਹੁੰਦੀ ਹੈ ਨਾ ਉਹ ਆਪਣੇ ਆਪ ਚ ਕੇਜ ਹੁੰਦੀ ਹੈ, ਡਬਲ ਕੇਜ ਹੁੰਦਾ ਉਹਦਾ। ਔਰ ਸਾਨੂੰ ਉਹ ਬਾਰ-ਬਾਰ ਕਹਿੰਦੇ ਕਿ ਬਾਹਰ ਹੱਥ ਨਹੀਂ ਕੱਢਣਾ। ਔਰ ਉੱਥੇ ਉਹ ਕਹਿ ਰਹੇ ਹੁੰਦੇ ਕਿ ਸ਼ੇਰ ਨੂੰ ਤੁਸੀਂ ਫੀਡ ਨਹੀਂ ਕਰਨਾ। ਸੋ ਅਸੀਂ ਜਿਹੜਾ ਪ੍ਰਭੂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਅਸੀਂ ਪ੍ਰਭੂ ਦੀ ਕਿਰਪਾ ਦੇ ਵਿੱਚ ਲਪੇਟ ਹੋ ਕੇ ਉਹਦੇ ਘਰ ਨੂੰ ਜਾ ਰਹੇ, ਤੇ ਅਸੀਂ ਉਹਦੇ ਵਿੱਚੋਂ ਬਾਹਰ ਆਪਣੇ ਆਪ ਨੂੰ ਹੱਥ ਕਿਉਂ ਨਹੀਂ ਕੱਢਣਾ, ਤੇ ਉਹਦਾ ਕਾਰਨ ਜੇ ਕੱਢਾਂਗੇ ਤਾਂ ਉੱਥੋਂ ਸਾਨੂੰ ਕੀ ਨੁਕਸਾਨ ਹੋਵੇਗਾ। ਕਿਉਂਕਿ ਉਹ ਗਰਜਦਾ ਸ਼ੇਰ ਬਾਹਰ ਤੁਰਿਆ ਫਿਰਦਾ, ਉਹ ਇੰਜਰਡ ਆ। ਪ੍ਰਭੂ ਯਿਸੂ ਮਸੀਹ ਨੇ ਉਹਦੇ ਕਰ ਪੈਰ ਤੋੜ ਦਿੱਤੇ, ਔਰ ਉਹ ਉਸ ਸੱਪ ਵਰਗਾ ਜਿਹਦੇ ਲਾਠੀ ਲੱਗੀ ਹੋਈ। ਔਰ ਪ੍ਰਭੂ ਕਿਸ ਤਰ੍ਹਾਂ ਇਹਨਾਂ ਜੋ ਸਾਨੂੰ ਇੱਕ ਫੌਜੀਆਂ ਵਾਂਗ ਹਥਿਆਰ ਦਿੰਦਾ ਪਿਆ, ਸਾਨੂੰ ਇਹਨਾਂ ਦੇ ਵਿੱਚ ਲਪੇਟ ਕੇ ਕਿਸ ਤਰ੍ਹਾਂ ਉਹ ਘਰ ਵੱਲ ਨੂੰ ਲੈ ਕੇ ਜਾ ਰਿਹਾ, ਕਿਸ ਤਰ੍ਹਾਂ ਇਹ ਮਨ ਦੀ ਜੰਗ, ਤਨ ਦੀ ਜੰਗ ਔਰ ਆਤਮਾ ਦੀ ਜੰਗ ਦੇ ਵਿੱਚ ਸਾਨੂੰ ਫਤਿਹ ਦੇਣੀ ਮੰਗਦਾ। ਔਰ ਅਗਰ ਅਸੀਂ ਇਹਨਾਂ ਦੇ ਵਿੱਚ ਰਹਿੰਦੇ ਹਾਂ ਤੇ ਫਿਰ ਪ੍ਰਭੂ ਦੇ ਆਤਮਾ ਦੇ ਜਿਹੜੇ ਕੰਮ ਆ ਉਹ ਸਾਡੇ ਲਈ ਔਰ ਸਾਡੇ ਭੈਣਾਂ, ਉਹਦੀ ਆਤਮਾ ਦੇ ਜਿਹੜੇ ਫਲ ਆ ਉਹ ਸਾਡੇ ਲਈ ਔਰ ਸਾਡਿਆਂ ਦੇ ਲਈ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਹੈ। ਕੱਲ ਨੂੰ ਅਸੀਂ 10 ਆਇਤ ਤੋਂ ਗਾਂਹ ਜਾਵਾਂਗੇ ਔਰ ਅਗਲੇ 5 ਦਿਨ ਅਸੀਂ ਇਹਨਾਂ ਦੇ ਬਾਰੇ ਦੇਖਾਂਗੇ ਔਰ ਇੱਥੋਂ ਕੱਲੀ ਚੀਜ਼ ਨੂੰ ਖੋਲ ਕੇ ਦੇਖਾਂਗੇ ਕਿ ਇਸ ਦਾ ਮਤਲਬ ਕੀ ਹੈ, ਪ੍ਰਭੂ ਕਿਸ ਤਰ੍ਹਾਂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਬਣਾ ਕੇ ਰੱਖਣਾ ਮੰਗਦਾ, ਕਿਸ ਤਰ੍ਹਾਂ ਇਹਨਾਂ ਹਥਿਆਰਾਂ ਨੂੰ ਸਾਨੂੰ ਵਿੱਚ ਰੱਖਣਾ ਮੰਗਦਾ ਕਿ ਜੋ ਅਸੀਂ ਓੜ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਸ ਸਕੀਏ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਤੇਰੇ ਅੱਜ ਦੇ ਇਹਨਾਂ ਹਿੱਸਿਆਂ ਦੇ ਲਈ। ਤੂੰ ਕਿਸ ਤਰ੍ਹਾਂ ਪ੍ਰਭੂ ਜੀ ਸਾਡੇ ਘਰਾਂ ਦੇ ਵਿੱਚ, ਸਾਡੇ ਬੱਚਿਆਂ ਦੇ ਵਿੱਚ, ਸਾਡੇ ਕੰਮ ਦੇ ਵਿੱਚ, ਪ੍ਰਭੂ ਜੀ ਇਹੋ ਹੀ ਤਾਂ 3 ਜਗ੍ਹਾਵਾਂ ਜਿਸ ਦੇ ਵਿੱਚ ਪ੍ਰਭੂ ਜੀ ਸਾਡੀ 80% ਜ਼ਿੰਦਗੀ ਬੀਤਦੀ ਹੈ। ਸਾਡੇ ਮਾਂ ਔਰ ਬਾਪ ਦੇ ਨਾਲ ਰਿਸ਼ਤਾ ਜਦ ਅਸੀਂ ਛੋਟੇ ਹੁੰਦੇ, ਪਤੀ ਔਰ ਪਤਨੀ ਦਾ ਰਿਸ਼ਤਾ ਜਦ ਅਸੀਂ ਪ੍ਰਭੂ ਜੀ ਆਪਣੀ ਦਰਮਿਆਨ ਦੀ ਜ਼ਿੰਦਗੀ ਦੇ ਵਿੱਚ ਦੀ ਲੰਘ ਰਹੇ ਹੁੰਦੇ ਹਾਂ, ਔਰ ਫਿਰ ਪ੍ਰਭੂ ਜੀ ਅਸੀਂ ਮਾਂ ਬਾਪ ਖੁਦ ਬਣਦੇ ਹਾਂ, ਔਰ ਸਾਡੇ ਕੰਮ ਦੀ ਜ਼ਿੰਦਗੀ ਇਸ ਦੇ ਵਿੱਚ ਪ੍ਰਭੂ ਜੀ ਸਾਡਾ 80% ਸਾਡਾ ਵਾਸ ਇਹਨਾਂ ਚੀਜ਼ਾਂ ਵਿੱਚ ਹੁੰਦਾ। ਔਰ ਖੁਦਾਵੰਦ ਤੂੰ ਕਿਸ ਤਰ੍ਹਾਂ ਇੱਕ ਨਿੱਕੀ ਚੀਜ਼ ਦਾ ਪ੍ਰਭੂ ਜੀ ਤੂੰ ਖਿਆਲ ਰੱਖਣਾ ਮੰਗਦਾ, ਕਿਸ ਤਰ੍ਹਾਂ ਨਿੱਕੀ ਚੀਜ਼ ਦਾ ਪ੍ਰਭੂ ਜੀ ਤੈਨੂੰ ਫਿਕਰ, ਔਰ ਤੂੰ ਸਾਨੂੰ ਸੰਭਾਲ। ਮੇਰੇ ਪਿਆਰੇ ਬਾਪ, ਮੇਰੇ ਭੈਣਾਂ ਭਰਾਵਾਂ ਦੇ ਇਹਨਾਂ ਦੀ ਵਿਆਹਤਾ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਤੂੰ ਆਪਣੀ ਬਰਕਤ ਦੇ। ਬੱਚਿਆਂ ਦੇ ਨਾਲ ਪ੍ਰਭੂ ਜੀ ਇਹਨਾਂ ਦਾ ਰਿਸ਼ਤਾ, ਔਰ ਅਗਰ ਪ੍ਰਭੂ ਜੀ ਮਾਂ ਬਾਪ ਆ ਤੇ ਉਹਨਾਂ ਦੇ ਨਾਲ ਰਿਸ਼ਤੇ ਦੇ ਵਿੱਚ ਤੇਰੀ ਮਿਠਾਸ, ਤੇਰੀ ਸ਼ਾਂਤੀ ਆਏ। ਉਹਨਾਂ ਦੇ ਕੰਮ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਤੇਰੀ ਹਜ਼ੂਰੀ ਉੱਥੇ ਵੀ ਬਣੀ ਰਹੇ। ਮੇਰੇ ਪਿਆਰੇ ਪ੍ਰਭੂ, ਤੇਰੀ ਦਇਆ, ਤੇਰਾ ਰਹਿਮ ਦੇ ਨਾਲ ਹੀ ਪ੍ਰਭੂ ਜੀ ਅਸੀਂ ਹਰ ਚੀਜ਼ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਹਰ ਅੰਗ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਅਸੀਂ ਆਨੰਦ ਮਾਣ ਸਕਦੇ। ਸੋ ਉਸ ਆਨੰਦ ਨੂੰ ਪ੍ਰਭੂ ਜੀ ਤੂੰ ਸਾਡੇ ਉੱਤੇ ਹੋਣ। ਪਿਆਰੇ ਪ੍ਰਭੂ, ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ, ਉੱਪਰੋਂ ਪ੍ਰਭੂ ਜੀ ਤੇਰੀ ਨਿਗਾਹਬਾਨੀ, ਪੈਰਾਂ ਦੇ ਵਿੱਚ ਤੇਰਾ ਛੋਟਾ ਰਸਤਾ, ਔਰ ਅੰਦਰ ਤੇਰਾ ਪਵਿੱਤਰ ਆਤਮਾ। ਬਾਪ, ਬੇਟਾ ਔਰ ਪਵਿੱਤਰ ਆਤਮਾ ਪ੍ਰਭੂ ਜੀ ਸਾਡੇ ਨਾਲ। ਪਿਆਰੇ ਬਾਪ, ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਚ ਕੱਲ ਤੱਕ ਜਦ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਹਜ਼ੂਰੀ ਸਾਨੂੰ ਤੇਰੇ ਵਿੱਚ ਬਣਾ ਕੇ ਰੱਖੇ। ਤੇਰੀ ਸ਼ਾਂਤੀ, ਤੇਰਾ ਆਨੰਦ, ਤੇਰਾ ਪਿਆਰ ਸਾਡੇ ਸਾਥ ਦੇ ਨਾਲ ਬਣੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ ਸਭ ਕੁਝ ਮੰਗਦੇ ਔਰ ਸਾਰੇ ਭੈਣ ਭਰਾ ਬਲੈਸ ਯੂ ਆਲ। ਖੁਦਾਵੰਦ ਤੁਹਾਨੂੰ ਬਰਕਤ ਦੇ। ਔਰ ਕੱਲ ਨੂੰ ਅਸੀਂ 10ਵੀਂ ਆਇਤ ਤੋਂ ਲੈ ਕੇ ਅੱਗੇ ਜਾਵਾਂਗੇ ਔਰ ਪ੍ਰਭੂ ਦਾ ਇੱਕ ਅਮੇਜ਼ਿੰਗ ਜੋ ਉਸਨੇ ਸਾਨੂੰ
ਇੱਕ ਤੁਸੀਂ ਇਹ ਕਹ ਲਓ ਕਿ ਤੋਹਫਾ ਜੋ ਅਸੀਂ ਦੇਖਣ ਜਾ ਰਹੇ ਹਾਂ, ਔਰ ਉਹਦੇ ਵਿੱਚ ਅਸੀਂ ਪ੍ਰਭੂ ਦੀ ਬਹੁਤ ਮਹਾਨ ਬਰਕਤਾਂ ਦੇਖਾਂਗੇ। ਲੇਕਿਨ ਇੱਕ ਚੀਜ਼ ਜ਼ਰੂਰ ਦੇਖਿਓ ਕਿ ਅੱਖਰ ਇਹੋ ਹੀ ਮੁੜ ਮੁੜ ਕੇ ਆਉਣੇ ਆ, ਸ਼ਾਂਤੀ, ਧੀਰਜ, ਦਿਆਲਗੀ, ਵਫਾਦਾਰੀ, ਨਮਰਤਾ ਤੇ ਸਤਿਕਾਰ। ਪ੍ਰਭੂ ਧੰਨਵਾਦ।